ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਗੁਰਦਾਸ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਅਨੰਦਪੁਰ ਸਾਹਿਬ ਵੱਲੋਂ ਰੀਸੈਂਟਲੀ 2023 ਦੇ ਵਿੱਚ ਵੀ ਪੁਸਤਕ ਪੰਥਕ ਏਜੰਡਾ ਸਿੱਖ ਪੰਥ ਦੇ ਉਜਵਲ ਭਵਿੱਖ ਦੀ ਯੋਜਨਾਬੰਦੀ, ਜਿਹਦਾ ਸਬ ਟਾਈਟਲ ਹੈ, ਉਸ ਬਾਰੇ ਅਸੀਂ ਜ਼ਿਕਰ ਕਰਾਂਗੇ, ਗੱਲ ਕਰਾਂਗੇ। ਇਹ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੱਲੋਂ ਛਾਪੀ ਗਈ ਹੈ ਅਤੇ 488 ਇਸਦੇ ਪੰਨੇ ਨੇ। ਇਹ ਕਿਤਾਬ ਇੱਕ ਮਹਾਂ ਬਿਰਤਾਂਤ ਸਿਰਜਦੀ ਹੈ, ਕਿਉਂਕਿ ਇਸ ਕਿਤਾਬ ਦੇ ਅੰਦਰ ਕਈ ਬਿਰਤਾਂਤ ਨੇ। ਅਤੇ ਮੂਲ ਸਾਡੀ ਭਾਵਨਾ ਇਹ ਹੈ ਕਿ ਜੋ ਅਸੀਂ ਵਿਚਾਰ ਦਿੱਤੇ ਹੋਏ ਨੇ ਆਪਣੀ ਪੁਸਤਕਾਂ ਰਾਹੀਂ ਜਾਂ ਆਪਣੇ ਬੋਲਾਂ ਰਾਹੀਂ, ਜੇ ਅਸੀਂ ਜੋ ਵੀ ਸਿੱਖ ਸੰਗਤਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਹਰ ਵਿਚਰ ਕੇ ਵਿਚਾਰ ਦਿੰਦੇ ਹਾਂ ਸਮੇਂ 'ਤੇ, ਉਹਨਾਂ ਨੂੰ ਅਸੀਂ ਜ਼ਮੀਨ 'ਤੇ ਉਤਾਰ ਕੇ ਅਮਲ 'ਚ ਕਿਵੇਂ ਲਿਆਂਦਾ ਜਾਵੇ। ਇਸ ਕਰਕੇ ਇਸ ਦਾ ਜਿਹੜਾ ਕਿਤਾਬ ਦਾ ਮੂਲ ਸਿਰਲੇਖ ਵੀ ਪੰਥਕ ਏਜੰਡਾ ਰੱਖਿਆ ਸੀ, ਕਿਉਂਕਿ ਗੱਲ ਬੜੀ ਸਪਸ਼ਟ ਹੈ ਕਿ ਕਿਸੇ ਮਿਸ਼ਨ ਤੋਂ ਬਗੈਰ, ਕਿਸੇ ਆਦਰਸ਼ ਤੋਂ ਬਗੈਰ ਕੋਈ ਏਜੰਡਾ ਨਹੀਂ ਲਿਖਿਆ ਜਾਂਦਾ। ਸੋ ਇਹ ਜਿਹੜਾ ਅਸੀਂ ਇਸ ਦਾ ਪੰਥਕ ਏਜੰਡਾ ਰੱਖਿਆ ਹੈ, ਇਹ ਉਸ ਪੰਥਕ ਮਿਸ਼ਨ ਦੀ ਪੂਰਤੀ ਲਈ ਇੱਕ ਯੋਜਨਾਬੰਦ ਢੰਗ ਨਾਲ ਕੀ ਯਤਨ ਕੀਤੇ ਜਾਣ, ਸਾਡੀ ਇੰਸਟੀਟਿਊਸ਼ਨਸ ਕੀ ਕਰਨ ਕਿ ਇਹ ਜੋ ਅਸੀਂ ਕਿਤਾਬਾਂ ਰਾਹੀਂ, ਆਪਣੇ ਵਿਚਾਰਾਂ ਰਾਹੀਂ ਜੋ ਇੱਕ ਵਿਸ਼ਾਲ ਬਿਰਤਾਂਤ ਸਿਰਜੇ ਹੋਏ ਨੇ, ਉਹਨਾਂ ਨੂੰ ਕਿਵੇਂ ਅਮਲ 'ਚ ਲਿਆਂਦਾ ਜਾਵੇ। ਸੋ ਜੇਕਰ ਅਸੀਂ ਇਸ ਨੂੰ ਥੋੜ੍ਹੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਜਿਹੜਾ ਪੰਥਕ ਮਿਸ਼ਨ ਕੀ ਹੈ, ਉਹ ਹੈ ਕਿ ਜੋ ਵੀ ਇਸ ਵੇਲੇ ਵਿਚਾਰਧਾਰਾਵਾਂ ਵਿਸ਼ਵ 'ਚ ਚੱਲ ਰਹੀਆਂ ਨੇ, ਪ੍ਰਚਲਿਤ ਨੇ, ਜੋ ਮਾਡਲ ਦੁਨੀਆ ਨੂੰ ਦਿਸ਼ਾ ਦੇ ਰਹੇ ਨੇ, ਉਹ ਕਿਤੇ ਨਾ ਕਿਤੇ ਥਕਾਵਟ 'ਚ ਆ ਗਏ ਨੇ, ਕਿਉਂਕਿ ਸੈਂਸ ਆਫ ਫਟੀਗ ਵੀ ਹੁੰਦਾ ਹੈ। ਉਹ ਫਟੀਗ ਦੇ ਵਿੱਚ ਇੱਕ ਨਵੀਂ ਚੀਜ਼ ਨਾਲ ਪੈਦਾ ਹੁੰਦੀ ਹੈ, ਇੱਕ ਨਵਾਂ ਵਿਚਾਰ, ਨਵਾਂ ਬਿਰਤਾਂਤ, ਨਵਾਂ ਵਿਜ਼ਨ ਪੈਦਾ ਹੁੰਦਾ ਹੈ। ਔਰ ਉਹ ਜੋ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਵਿੱਚ ਵਿਜ਼ਨ ਹੈ, ਜੋ ਦ੍ਰਿਸ਼ਟੀ ਹੈ, ਉਸ ਨੂੰ ਅਸੀਂ ਪੰਥਕ ਮਿਸ਼ਨ ਦੇ ਰੂਪ 'ਚ ਵੇਖਦੇ ਹਾਂ ਕਿ ਇਸ ਧਰਤੀ ਉੱਤੇ ਜੋ ਗੁਰੂ ਗ੍ਰੰਥ ਸਾਹਿਬ, ਗੁਰੂ ਸਾਹਿਬਾਨ ਸਾਨੂੰ ਦਿਸ਼ਾ ਦਿੰਦੇ ਨੇ ਕਿ ਇਸ ਧਰਤੀ ਉੱਤੇ ਪਰਮ ਸੱਚ ਵਾਹਿਗੁਰੂ ਦੀ ਪ੍ਰਭਤਾ ਅਤੇ ਪ੍ਰਭੂ ਸੱਤਾ ਸਥਾਪਿਤ ਕਰਨਾ, ਟੂ ਸਟੈਬਲਿਸ਼ ਦਾ ਸੋਵਰੇਨਟੀ ਐਂਡ ਸੁਪਰਮੇਸੀ ਆਫ ਅਲਟੀਮੇਟ ਰਿਐਲਿਟੀ ਦਾ ਗੋਡ ਵਿਦ ਸਾਡਾ ਜਿਹੜਾ ਪੰਜਾਬ ਦੇਸ਼ ਹੈ, ਪੰਜਾਬ ਧਰਤੀ ਹੈ, ਗੁਰਾਂ ਦੀ ਧਰਤੀ ਹੈ, ਇਸ ਨੂੰ ਆਧਾਰ ਬਣਾ ਕੇ ਅਸੀਂ ਜਦੋਂ ਪੰਥਕ ਮਿਸ਼ਨ ਦੀ ਪੂਰਤੀ ਲਈ ਅੱਗੇ ਵਧਾਂਗੇ ਤਾਂ ਉਹ ਏਜੰਡਾ ਬਣ ਜਾਂਦਾ ਹੈ। ਸੋ ਇਸ ਵਾਸਤੇ ਜਦ ਅਸੀਂ ਬੜੇ ਸਪਸ਼ਟ ਕੀਤਾ ਹੈ ਕਿ ਜਿਹੜਾ ਸਾਡੀ, ਕਿਉਂਕਿ ਕੋਈ ਵੀ ਕੌਮ ਜਿਹੜੀ ਹੈ, ਕੋਈ ਵੀ ਪੰਥ ਹੈ, ਕੋਈ ਵੀ ਸਾਡੀ ਕਲਚਰ ਹੈ, ਉਹ ਇੰਸਟੀਟਿਊਸ਼ਨਸ ਉਹਦੇ ਕਿਲੇ ਹੁੰਦੇ ਨੇ। ਸਟਰੋਂਗ ਇੰਸਟੀਟਿਊਸ਼ਨਸ ਹੀ ਜਿਹੜੀਆਂ ਨੇ ਉਹ ਵਿਚਾਰ ਨੂੰ ਔਰ ਅੱਗੇ ਲੈ ਕੇ ਜਾਂਦੀਆਂ ਨੇ। ਸੋ ਅਸੀਂ ਮਹਿਸੂਸ ਕੀਤਾ ਕਿ ਇਸ ਲਈ ਜਿਹੜੀ ਸਾਡੀਆਂ ਜਿਸ ਸਥਿਤੀ 'ਤੇ ਸਾਡੀ ਪਹੁੰਚ ਚੁੱਕਾ ਪੰਥ, ਉੱਥੇ ਆ ਕੇ ਸਾਡਾ ਵਨ ਵੇ ਔਰ ਦੀ ਅਦਰ ਜੋ ਵੀ ਕਾਰਨ ਬਣੇ ਹੋਣ, ਉਸ ਅਨੁਸਾਰ ਸਾਡੀਆਂ ਇੰਸਟੀਟਿਊਸ਼ਨਸ ਨੇ, ਫਰਮ ਅਕਾਲ ਤਖਤ ਡਾਊਨ ਟੂ ਗੁਰਦੁਆਰਾ ਇੰਸਟੀਟਿਊਸ਼ਨ, ਅਤੇ ਜਿਹੜੀਆਂ ਸਾਡੀਆਂ ਵਿਦਿਅਕ ਇੰਸਟੀਟਿਊਸ਼ਨਸ ਨੇ ਜਾਂ ਵਿਦਿਅਕ ਸੰਸਥਾ ਹੈ, ਸਾਡੀ ਇਕੋਨਮੀ ਹੈ, ਸਾਡਾ ਪੰਜਾਬ ਦਾ ਜਲ ਵਾਯੂ ਹੈ, ਪਾਣੀ ਹੈ, ਇਹ ਸਾਰਾ ਜਿਹੜੀ ਸਾਡਾ ਇਹ ਚੈਲੰਜਿਸ ਨੇ, ਇਹ ਸੰਕਟ ਦੀ ਸਥਿਤੀ ਵਿੱਚ ਹੈਗੇ ਨੇ। ਸੋ ਜਦੋਂ ਅਸੀਂ ਇਸ ਨੂੰ ਸੋਚਦੇ ਹਾਂ ਕਿ ਸਾਡੀ ਜਿਹੜਾ ਪਹਿਲਾ ਪਾਰਟ, ਇਹਦੇ ਕਿਤੇ 4 ਭਾਗ ਨੇ। ਪਹਿਲੇ ਪਾਰਟ ਵਿੱਚ ਮੀਰੀ ਪੀਰੀ ਸੰਸਥਾਵਾਂ ਦਾ ਜਿਹੜਾ ਗੌਰਵ ਹੈ, ਉਹਨੂੰ ਕਿਵੇਂ ਅਸੀਂ ਸ਼ਕਤੀਸ਼ਾਲੀ ਕਰ ਸਕਦੇ ਹਾਂ। ਉਹਦੇ 'ਚ ਅਸੀਂ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਜਿਹੜੇ ਜਥੇਦਾਰ ਸਾਹਿਬਾਨ ਨੂੰ ਅਸੀਂ ਅਕਾਲ ਤਖਤ ਜਥੇਦਾਰ ਦੀ ਭੂਮਿਕਾ ਬਾਰੇ ਗੱਲ ਕਰ ਚੁੱਕੇ ਹਾਂ। ਉਸ ਦੀ ਹੁਣ ਇਸ ਵੇਲੇ ਜੋ ਸਥਿਤੀ ਹੈ ਕਿ ਉਸ ਨੂੰ ਅਸੀਂ ਜੋ ਵੇਖ ਰਹੇ ਹਾਂ ਕਿ ਉਹ ਜਿਹੜੇ ਪੋਲੀਟੀਕਲ ਲੋਕ ਨੇ ਜਾਂ ਹੋਰ ਜੋ ਜਿਨ੍ਹਾਂ ਦੇ ਆਪਣੇ ਇੰਟਰਸਟ ਨੇ, ਉਹ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਤਾਂ ਮਹਾਨ ਮੰਨਦੇ ਨੇ, ਲੇਕਿਨ ਜਥੇਦਾਰ ਸਾਹਿਬ ਦੀ ਜਿਹੜੀ ਸ਼ਖਸੀਅਤ ਹੈ, ਉਹਨਾਂ ਦਾ ਜਿਹੜੀ ਉਹਦੀ ਏਜੰਡਾ ਹੈ, ਜਾਂ ਉਸ ਨੂੰ ਜਿਹੜਾ ਉਹਨਾਂ ਦਾ ਕੰਮ ਕਰਨ ਦੇ ਢੰਗ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵੀ ਹੋ ਰਹੇ ਨੇ। ਉਹਨਾਂ ਨੂੰ ਇੰਡੀਪੈਂਡੈਂਸ ਵਰਕਿੰਗ ਦਾ ਜਿਹੜਾ ਸਟਰਕਚਰ ਨਹੀਂ ਮਿਲਿਆ ਹੋਇਆ। ਸੋ ਅਸੀਂ ਇਸ ਨੂੰ ਕਿਹਾ ਕਿ ਜਿਹੜਾ ਜਥੇਦਾਰ ਸਾਹਿਬ ਦੀ ਨਿਯੁਕਤੀ ਕਿਵੇਂ ਹੋਵੇ, ਔਰ ਅਸੀਂ ਉਸ ਨੂੰ ਮਤਲਬ ਇੱਕ ਖਾਲਸਾ ਸੰਗਤ ਜਿਹੜਾ ਸਾਰੀ ਪੰਥ ਦੀਆਂ ਸੰਸਥਾਵਾਂ ਦਾ ਇੱਕ ਜੁਆਇੰਟ ਹਾਊਸ ਹੈ, ਉਹ ਜਿਹੜਾ ਹੈ ਜਥੇਦਾਰ ਸਾਹਿਬ ਦੀ ਚੋਣ ਪ੍ਰਕਿਰਿਆ ਰਾਹੀਂ ਖੋਜ ਕਮੇਟੀ ਬਣਾ ਕੇ ਚੋਣ ਕਰੇ, ਅਤੇ ਉਹ ਬੜੇ ਵੱਡੇ ਤਰੀਕੇ ਨਾਲ ਆਉਣ ਵਾਲੇ ਸਮੇਂ 'ਚ ਆਪਣੀ ਭੂਮਿਕਾ ਅਦਾ ਕਰ ਸਕਦੇ ਨੇ। ਦੂਸਰਾ, ਗੁਰਦੁਆਰਾ ਇੰਸਟੀਟਿਊਸ਼ਨ ਦੀ ਲੋਕ ਭਲਾਈ, ਸੋਸ਼ੋ ਇਕੋਨੋਮਿਕ ਅਤੇ ਰਿਲੀਜੀਅਸ ਸਟਰਕਚਰ ਦੇ ਵਿੱਚ ਕੀ ਹੋਰ ਨਵੀਂ ਭੂਮਿਕਾ ਹੋ ਸਕਦੀ ਹੈ। ਉਹ ਮਾਡਲ ਦਿੱਤਾ ਹੈ ਕਿ ਸਾਰੇ ਗੁਰਦੁਆਰਾ ਇੱਕ ਜਗ੍ਹਾ ਇਕੱਠੇ ਹੋ ਕੇ ਉਹਨਾਂ ਦੀ ਤਾਲਮੇਲ ਕਮੇਟੀ ਬਣਾ ਕੇ ਇੱਕ ਨਵੇਂ ਤਰੀਕੇ ਨਾਲ ਪਿੰਡ ਪੱਧਰ ਤੋਂ ਵਿਸ਼ਵ ਪੱਧਰ ਤੱਕ ਇੱਕ ਨਵੀਂ ਰੋਡ ਅਦਾ ਕੀਤਾ ਜਾਵੇ। ਤੀਸਰਾ, ਅਸੀਂ ਸਰਬੱਤ ਖਾਲਸਾ ਵੀ ਨਾਲ ਲਿਆ ਹੈ,
HPC ਦੇ ਜਿਹੜੇ ਗੁਰਦੁਆਰਾ ਸਟਰਕਚਰ ਹੈ ਉਹਨਾਂ ਦਾ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ, ਉਹ ਵੀ ਅਸੀਂ ਇਸ ਪਹਿਲੇ ਭਾਗ ਵਿੱਚ ਹੈ। ਸਰਬੱਤ ਖਾਲਸਾ ਜਿਹੜਾ ਸਾਡਾ ਵਿਸ਼ਵ ਪਾਰਲੀਮੈਂਟ ਬਣ ਸਕੇ ਸੁਭਾਵੀ ਤੌਰ 'ਤੇ ਵਿਸ਼ਵ ਪੱਧਰ ਤੱਕ, ਕਿਉਂਕਿ ਤਾਂ HPC ਹੈ, ਇਹਨੂੰ ਅਸੀਂ ਲਿਖਿਆ ਹੈ ਕਿ ਇਹ ਵੀ ਇੱਕ ਜੇ ਪਾਰਲੀਮੈਂਟ ਕਿਹਾ ਜਾਂਦਾ ਹੈ ਤਾਂ ਇਟ ਸ਼ੁੱਡ ਬਿਹੇਵ ਲਾਈਕ ਏ ਪਾਰਲੀਮੈਂਟ। ਉਸ ਮਾਮਲੇ ਦੇ ਸਾਲ 'ਚ 2 ਜਾਂ 3 ਸੈਸ਼ਨ ਹਫ਼ਤੇ 10 ਕਰ ਕੀਤੇ ਜਾਣ, ਅਤੇ ਪੰਜ ਦੀ ਸਾਰੀ ਸਮੱਸਿਆ ਡਿਸਕਸ ਕਰਕੇ ਫੈਸਲੇ ਲਏ ਜਾਣ ਗੁਰਮਤਿ ਅਨੁਸਾਰ। ਸੋ ਇਸ ਤਰ੍ਹਾਂ ਮਤਲਬ ਇਸ ਦਾ ਪਹਿਲਾ ਪਾਰਟ ਜਿਹੜਾ ਇੱਥੇ ਖਤਮ ਹੁੰਦਾ। ਦੂਸਰੇ ਪਾਰਟ ਦੇ ਵਿੱਚ ਅਸੀਂ ਕਿਹਾ ਹੈ ਕਿ ਸਿੱਖ ਪੰਥ ਦਾ ਸਵੈ ਸਸ਼ਕਤੀਕਰਨ ਕਿਵੇਂ ਹੋ ਸਕਦਾ ਹੈ, ਸੈਲਫ ਐਮਪਾਵਰਮੈਂਟ ਕਿਵੇਂ ਹੋ ਸਕਦੀ, ਕਿਉਂਕਿ ਜਿਹੜੀ ਸਾਡੀ ਸਿੱਖੀ ਹੈ, ਸਿੱਖੀ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਸਰਬੱਤ ਦੀ ਚਿੰਤਾ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਦੇ ਨੇ, ਸੋਸ਼ਲ ਵੈਲਫੇਅਰ ਦੀ ਗੱਲ ਕਰਦੇ ਨੇ, ਵਰਲਡ ਵੈਲਫੇਅਰ ਦੀ ਗੱਲ ਕਰਦੇ ਨੇ। ਉਸ ਵਾਸਤੇ ਜ਼ਰੂਰੀ ਹੈ ਕਿ ਜਿਹੜਾ ਸਿੱਖ ਪੰਥ ਹੈ ਆਪ ਖੁਦ ਜੇ ਸ਼ਕਤੀਸ਼ਾਲੀ ਹੋਏਗਾ ਇਨ ਆਲ ਆਸਪੈਕਟਸ, ਤਾਂ ਉਹ ਤਦ ਹੀ ਇੱਕ ਤਰ੍ਹਾਂ ਦਾ ਦੂਜਿਆਂ ਦੀ ਔਰ ਵਿਸ਼ਵ ਦਾ ਵਿੱਚ ਅੱਗੇ ਵੱਧ ਸਕੇਗਾ। ਸੋ ਅਸੀਂ ਇਸ ਨੂੰ ਜਦੋਂ ਕਿਹਾ ਕਿ ਅਸੀਂ 24-25 ਇੱਕ ਸਫਲ ਕੌਮ ਦੇ ਸਫਲ ਗਰੁੱਪ ਦੇ ਇੱਕ ਲੱਛਣ ਦਿੱਤੇ ਨੇ, ਫਿਰ ਉਹਨਾਂ ਨੂੰ ਇੱਕ ਇੱਕ ਕਰਕੇ ਸਿੱਖ ਪੰਥ ਦੀ ਵਰਤਮਾਨ ਸਥਿਤੀ 'ਤੇ ਝੁਕਾਇਆ ਹੈ ਅਤੇ ਨਾਲ ਸੁਜੈਸ਼ਨ ਦਿੱਤੇ ਨੇ ਕਿ ਜੇਕਰ ਪੰਥ ਇਸ ਢੰਗ ਦੇ ਨਾਲ ਕੰਮ ਕਰੇਗਾ ਤਾਂ ਆਉਣ ਵਾਲੇ 25-30 ਸਾਲ ਦੇ ਵਿੱਚ ਬੜੀ ਵੱਡੀ ਅਸੀਂ ਕੁਆਂਟਮ ਲੀਪ ਲੈ ਸਕਦੇ ਹਾਂ। ਇਹਦਾ ਤੀਸਰਾ ਪਾਰਟ ਜਿਹੜਾ ਨਾ ਜੀ, ਉਹ ਸਿੱਖ ਰਾਜਨੀਤੀ, ਸਿੱਖ ਸੱਤਾ ਔਰ ਸਾਡੇ ਜਿਹੜੇ ਪੰਜਾਬ ਦੀ ਜਿਹੜੀ ਮਾਡਲਸ ਨੇ, ਰਾਜਨੀਤਿਕ ਮਾਡਲ ਨੇ, ਉਹਦਾ ਜਿਹੜਾ ਵਿਸ਼ਵ ਭਾਰਤ ਦੇ ਸੰਦਰਭ ਦੇ ਵਿੱਚ ਰਾਜਨੀਤਿਕ ਸੰਦਰਭ 'ਚ ਕੀ ਸਥਿਤੀ ਹੈ ਔਰ ਵਰਤਮਾਨ ਦੇ ਸਾਡੇ ਕੀ ਰਾਜਨੀਤਿਕ ਮੁੱਦੇ ਨੇ, ਸਾਡੀ ਰਾਜਨੀਤੀ ਕਿੱਥੇ ਖੜੀ ਹੈ, ਸਾਡੀ ਅਕਾਲੀ ਰਾਜਨੀਤੀ ਦਾ ਕੀ ਸਥਿਤੀ ਹੈ, ਅਸੀਂ ਇਸ ਨੂੰ ਜਿਹੜੀ ਸਾਡੇ ਹਾਲਾਤ ਬਣੇ ਨੇ ਉਹਦੇ 'ਚ ਅਸੀਂ ਇਹ ਰਿਵਾਈਵਲ ਕਿਵੇਂ ਕਰ ਸਕਦੇ ਹਾਂ। ਕਿਉਂਕਿ ਇਸ ਵੇਲੇ ਸਾਡੀ ਰਾਜਨੀਤੀ ਜਿਹੜੀ ਹੈ ਸਿੱਖਾਂ ਦੀ ਉਹ ਬਾਈਪੋਲਰ ਪੋਲੀਟਿਕਸ ਬਣ ਗਈ ਹੈ। ਇੱਕ ਅਕਾਲੀ ਰਾਜਨੀਤੀ ਹੈ, ਇੱਕ ਉਸ ਤੋਂ ਬਾਅਦ ਜਿਹੜੀ ਪੰਥਕ ਰਾਜਨੀਤੀ ਨੂੰ ਰੈਡੀਕਲ ਪੋਲੀਟਿਕਸ ਕਹਿ ਸਕਦੇ ਆ। ਸੋ ਸਾਰੇ ਡਿਸਕਸ ਕੀਤੇ ਗਏ ਮੁੱਦੇ ਇਹਦੇ, ਔਰ ਇਸ ਦੇ ਨਾਲ ਜਿਹੜੀ ਭਾਰਤੀ ਸੰਦਰਭ ਜਿਹੜੀ ਸਾਡੇ ਆਦਰਸ਼ ਚੱਲਦੇ ਨੇ ਜਾਂ ਸਾਡੇ ਪੋਲੀਟੀਕਲ ਆਦੇਸ਼ ਚੱਲਦੇ ਨੇ, ਉਹਦੇ 'ਚ 4 ਮੈਂ ਮੁੱਦੇ ਡਿਸਕਸ ਕੀਤੇ ਨੇ। ਇੱਕ ਤਾਂ ਜਿਹੜਾ ਫੈਡਰਲ ਸਟਰਕਚਰ ਵਰਤਮਾਨ ਦੇ ਵਿੱਚ ਜਿਵੇਂ ਚੱਲ ਰਿਹਾ ਹੈ, ਜਿਸ 'ਚ ਯੂਨਿਟੀ ਫਾਰਮ ਆਫ ਗੌਰਮੈਂਟਲ ਪਾਸੇ ਸਟੇਟ ਜਿਹੜੀ ਕੇਂਦਰ ਸਰਕਾਰ ਲੈ ਜਾ ਰਹੀ ਹੈ, ਇਸ ਨੂੰ ਕਿਵੇਂ ਸਟਰੋਂਗ ਕੀਤਾ ਜਾਵੇ। ਦੂਜਾ ਕਨਫੈਡਰਲ ਮਾਡਲ ਹੈ। ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਜਿਹੜਾ ਕਨਫੈਡਰਲ ਮਾਡਲ ਹੈ, ਇਸ ਨੂੰ ਅਸੀਂ ਡਿਸਕਸ ਕੀਤਾ ਹੈ ਕਿ ਜੋ 2 ਮਈ 1994 ਨੂੰ ਜੋ ਅਨੰਦਪੁਰ ਆਪਣਾ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਇੱਕ ਅੰਮ੍ਰਿਤਸਰ ਐਲਾਨਨਾਮਾ ਜਾਰੀ ਹੋਇਆ ਸੀ, ਉਸ ਕਨਫੈਡਰਲ ਮਾਡਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਸਾਰੀ ਸਟੇਟਾਂ ਨੂੰ ਝੰਡਾ ਦਿੱਤਾ ਜਾਵੇ, ਉਹਨਾਂ ਨੂੰ ਵੱਖਰਾ ਕੰਸਟੀਟਿਊਸ਼ਨ ਦਿੱਤਾ ਜਾਵੇ, ਵੱਖਰੇ ਨਿਯਮ ਹੋਣ, ਕੇਂਦਰ ਦਾ ਦਖਲ ਬਹੁਤ ਘੱਟੋ ਘੱਟ ਹੋਵੇ, 4 ਮਹਿਕਮੇ ਦਾ ਸੀਮਿਤ ਰਹੇ। ਇਹ ਇੰਡੀਪੈਂਡੈਂਟ ਸਟੇਟ ਜਿਹੜੀਆਂ ਨੇ, ਜਿਵੇਂ ਮਾਡਲਸ ਨੇ, ਇੱਕ ਹੁੰਦਾ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ, ਇੱਕ ਇੰਟਰ ਗੌਰਮੈਂਟਲ ਕਨਫੈਡਰੇਸ਼ਨ। ਭਾਰਤ ਦਾ, ਅਮਰੀਕਾ ਦਾ ਅਤੇ ਜਿਹੜੀਆਂ ਸਾਰੀਆਂ ਸਾਡੀਆਂ ਹੋਰ ਕੈਨੇਡਾ ਹੈ, ਇੰਗਲੈਂਡ ਹੈ, ਉਹ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ ਹੈ। ਭਾਰਤ ਜਿਹੜਾ ਹੈ ਫੈਡਰੇਸ਼ਨ 'ਤੇ ਖੜ੍ਹਾ ਹੈ, ਔਰ ਇਸ ਨੂੰ ਅਗਰ ਇੰਟਰ ਪ੍ਰੋਵਿੰਸ਼ੀਅਲ ਕਨਫੈਡਰੇਸ਼ਨ ਬਣਾ ਦਈਏ ਤਾਂ ਭਾਰਤ ਜਿਹੜਾ ਹੈ ਇੱਕ ਤਰ੍ਹਾਂ ਦਾ ਮਜ਼ਬੂਤ ਹੋ ਸਕਦਾ ਹੈ, ਅਦਰਵਾਈਜ਼ ਪ੍ਰੋਬਲਮ ਆ ਜਾਏਗੀ। ਤੀਸਰਾ ਮਾਡਲ ਹੈ ਕਿ ਉਹ ਅਗਰ ਸਿੱਖਾਂ ਨੂੰ ਕੰਸਟੀਟਿਊਸ਼ਨ ਸੇਫਗਾਰਡ ਮਿਲ ਜਾਂਦੇ ਨੇ ਤਾਂ ਸਿੱਖਾਂ ਦੀ ਰਾਜਨੀਤੀ ਕੀ ਹੋਵੇਗੀ, ਉਹ ਬਾਰੇ ਡਿਸਕਸ ਕੀਤਾ ਗਿਆ। ਉਹ ਇੱਕ ਵੱਖਰਾ ਇੱਕ ਮਿਡਲ ਵੇ ਦਾ ਮਾਡਲ ਦਿੱਤਾ ਕਿ ਕਿਸ ਢੰਗ ਦੇ ਨਾਲ ਇਹ ਪੰਜਾਬ ਦੀ ਰਾਜਨੀਤੀ, ਸਿੱਖ ਰਾਜਨੀਤੀ ਜਿਹੜੀ ਹੈ ਉਹਦੇ 'ਚ ਜਾਰੀ ਆ ਸਕਦੀ ਹੈ। ਚੌਥਾ ਮਾਡਲ ਇੰਡੀਪੈਂਡੈਂਟ ਸਟੇਟ ਦਾ, ਜਿਹੜਾ ਕਿ ਆਮ ਤੌਰ 'ਤੇ ਸਾਡਾ ਵਰਲਡ ਪੱਧਰ 'ਤੇ ਲੋਕਾਂ ਦੇ ਵਿਚਾਰ ਚੱਲ ਰਹੇ ਸਿੱਖਾਂ ਦੇ ਵਿੱਚ, ਉਹ ਇੰਡੀਪੈਂਡੈਂਟ ਸਟੇਟ ਦਾ। ਸੋ ਤੀਸਰੇ ਭਾਗ ਦੇ ਵਿੱਚ ਜਦੋਂ ਅਸੀਂ ਇਸ ਨੂੰ ਗੱਲ ਕਰਦੇ ਹਾਂ ਤਾਂ ਫਿਰ ਇਹਦਾ ਜਿਹੜਾ ਸਾਡਾ ਵਰਲਡ ਪੱਧਰ 'ਤੇ ਸਾਡੇ ਜਿਹੜੇ ਕੀ ਸਥਿਤੀ ਹੈ, ਜਿਹੜਾ ਅਕਾਲ ਤਖਤ ਸਾਹਿਬ ਹੈ ਉਹਦੇ ਸੀਟ ਆਫ ਸਰਕਾਰੇ ਖਾਲਸਾ ਉਹ ਕਿਵੇਂ ਵਰਕਆਊਟ ਕਰ ਸਕਦੇ ਨੇ, ਉਹ ਸਾਰੀ ਸਥਿਤੀ ਦਿੱਤੀ ਹੈ। ਸੋ ਮੈਂ ਸਮਝਦਾ ਕਿ ਬੜਾ ਵੱਡਾ ਡਿਟੇਲ ਦੇ ਵਿੱਚ ਬਿਰਤਾਂਤ ਸਿਰਜੇ ਗਏ ਨੇ। ਚੌਥੇ ਭਾਗ ਦੇ ਵਿੱਚ ਜਿਹੜੇ ਸਾਡੇ ਜੀਵਨ ਯੁਕਤ ਮਾਡਲਸ ਨੇ ਗੁਰੂ ਗ੍ਰੰਥ ਸਾਹਿਬ ਸਿਧਾਂਤ ਅਨੁਸਾਰ, ਉਹ ਜੀਵਨ ਯੁਕਤ ਮਾਡਲਸ ਜਿਹੜੇ ਨੇ, ਚਾਹੇ ਐਜੂਕੇਸ਼ਨ ਹੈ, ਚਾਹੇ ਐਗਰੀਕਲਚਰ ਹੈ, ਚਾਹੇ ਉਹਦੇ 'ਚ ਜਿਹੜਾ ਸਾਡੀ ਉਦਯੋਗਿਕ ਵਪਾਰ ਹੈ, ਚਾਹੇ ਨੌਜਵਾਨਾਂ ਦਾ ਹੈ, ਐਂਡ ਜਿਹੜੀ ਸਾਡੀ ਇਹਦੀ ਸਾਰੀ ਸਥਿਤੀ ਬਣ ਜਾਂਦੀ ਹੈ, ਸਾਡੀ ਸਿਹਤ ਸੇਵਾਵਾਂ, ਸਾਡੇ ਜਿਹੜੇ ਮਤਲਬ ਮੀਡੀਆ ਦਾ ਕੀ ਸਟਰਕਚਰ, ਵਿਜ਼ਨ। ਐਕਚੁਅਲੀ ਇਹ ਜਿਹੜਾ ਸਿੱਖ ਵਿਜ਼ਨ 225 ਕਿਤਾਬ ਅਸੀਂ 2006 'ਚ ਲਿਆਂਦੀ ਸੀ, ਆਊਟ ਆਫ ਪ੍ਰਿੰਟ ਹੋਣ ਕਾਰਨ ਅਸੀਂ ਉਸ ਨੂੰ ਨਵੇਂ ਰੂਪ ਦੇ ਵਿੱਚ, ਉਹ ਜਿਹੜੇ ਵਿਜ਼ਨਸ ਨੇ ਅਸੀਂ ਇਸ ਕਿਤਾਬ ਦੇ ਵਿੱਚ ਦੁਬਾਰਾ ਨਵੇਂ ਰੂਪ ਦੇ ਵਿੱਚ ਦਿੱਤੇ ਨੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਤਾਬ ਜਿਹੜੀ ਹੈ ਆਉਣ ਵਾਲੇ ਸਮੇਂ 'ਚ ਦਿਸ਼ਾ ਦੇ ਸਕੇ। ਪੰਥ ਜਿਹੜੀ ਅਸਲ ਭੰਬਲਭੂਸੇ ਦੀ ਸਥਿਤੀ ਹੈ, ਕਨਫਿਊਜ਼ਨ ਬੜਾ ਪਿਆ ਹੈ ਕਿ ਸਾਡਾ ਆਫਟਰ ਗੋਲ ਕੀ ਹੈ, ਸਾਡਾ ਏਜੰਡਾ ਕੀ ਹੈ। ਇਸ ਵਾਸਤੇ ਬੜੇ ਛੋਟੇ ਮੁੱਦਿਆਂ 'ਤੇ ਆ ਕੇ ਅਸੀਂ ਆਪਣੇ ਪੰਜਾਬ ਦੇ ਏਜੰਡੇ ਨੂੰ ਖੜਾ ਕਰ ਦਿੰਦੇ ਹਾਂ। ਸੋ ਪੰਥਕ ਏਜੰਡਾ ਇਸ ਕਰਕੇ ਹੈ ਕਿ ਜੋ ਵਿਚਾਰਧਾਰਾ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਜੋ ਅਸੀਂ ਵਿਸਮਾਦੀ ਵਿਚਾਰਧਾਰਾ, ਵਿਸਮਾਦੀ ਚਿੰਤਨ ਅਨੁਸਾਰ ਜੋ ਦਿੱਤਾ ਹੈ, ਕਿਉਂਕਿ ਗੱਲ ਬੜੀ ਸਪਸ਼ਟ ਹੈ ਕਿ ਜਦੋਂ ਤੱਕ ਤੁਸੀਂ ਫਿਲਾਸਫਿਕਲੀ ਸਿਧਾਂਤਕ ਤੌਰ 'ਤੇ ਸਪਸ਼ਟ ਨਹੀਂ ਹੁੰਦੀ, ਤੁਹਾਡੀ ਰਾਜਨੀਤੀ ਜਿਹੜੀ ਹੈ ਉਹ ਮੁੱਦੇ ਆਧਾਰਿਤ ਨਹੀਂ ਹੁੰਦੀ, ਅਤੇ ਉਹ ਰਾਜਨੀਤੀ ਜਿਹੜੀ ਹੈ ਤੁਹਾਨੂੰ ਇਸ ਤਰੀਕੇ ਨਾਲ ਜਿਹੜੀ ਸਾਰੀ ਬੇਸ ਹੀ ਸਾਡਾ ਜਿਹੜਾ ਹੈ ਮੁੱਦਿਆਂ ਦੇ ਆਧਾਰਿਤ ਨਹੀਂ ਹੋਏਗੀ, ਵਿਸਮਾਦੀ ਰਾਜਨੀਤੀ ਨਹੀਂ ਹੋਏਗੀ, ਤਾਂ ਅਸੀਂ ਪੰਜਾਬ ਜਾਂ ਵਿਸ਼ਵ ਕਿਵੇਂ ਸਿਰ ਸਕਦੇ ਹਾਂ। ਸੋ ਮੈਂ ਸਮਝਦਾ ਕਿ ਇਹ ਜਿਹੜੀ ਸਾਡੀ ਪੁਸਤਕ ਹੈ ਇਹ ਆਉਣ ਵਾਲੇ ਸਮੇਂ 'ਚ ਬੜੀ ਵੱਡੀ ਅੱਗੇ ਜਾਏਗੀ,
ਇਹ ਬੜੀ ਸੰਗਤਾਂ ਵੱਲੋਂ ਸਪੋਰਟ ਮਿਲ ਰਹੀ ਹੈ, ਬੜੀ ਕਿਸੇ ਨੂੰ ਪੜ੍ਹੀ ਵੀ ਜਾ ਰਹੀ ਹੈ, ਇਹਦੇ ਪ੍ਰੂਫ ਨਿਕਲੇਗਾ, ਰਿਵਿਊ ਆ ਰਹੇ ਨੇ, ਇਹਦੇ ਬਾਰੇ ਕੋਟੇਸ਼ਨਸ ਆ ਰਹੀਆਂ ਨੇ। ਸੋ ਪੰਥਕ ਏਜੰਡਾ ਜਿਹੜੀ ਕਿਤਾਬ ਹੈ ਇਹ ਮਤਲਬ ਦੂਸਰਾ ਕਰੀ ਹੈ, ਅਸੀਂ 300 ਨੀਤੀ ਸੂਤਰ ਦਿੱਤੇ ਨੇ। ਖਾਸ ਤੌਰ 'ਤੇ ਜਿਵੇਂ ਅਸੀਂ ਕਿਹਾ ਕਿ ਅਸਲ ਜਿਹੜੀ ਸਟ੍ਰੈਟੇਜਿਕ ਵਾਰਫੇਅਰ ਦਾ ਸਮਾਂ ਹੈ, ਉਹ 'ਚ ਕੇਵਲ ਰਾਜਨੀਤਿਕ ਸੰਘਰਸ਼ ਲੜਨ ਨਾਲ ਦਾ ਬੌਧਿਕ ਸੰਘਰਸ਼, ਸਾਈਕੋਲੋਜੀਕਲ ਸੰਘਰਸ਼, ਜਿਹੜਾ ਸਾਡਾ ਅੱਗੇ ਮੀਡੀਆ ਵਾਰਫੇਅਰ ਹੈ, ਇਕਨੋਮਿਕ ਵਾਰਫੇਅਰ ਹੈ ਸਾਡੀ ਜਿਹੜੀ, ਇਹ ਸਾਰੀ ਨਵੀਂ ਵਾਰਫੇਅਰ ਦੇ ਤਰੀਕੇ ਆ ਗਏ ਨੇ, ਉਹਨਾਂ ਨੂੰ ਅਸੀਂ ਅਜ਼ਮਾਈਏ। ਕੇਵਲ ਅਸੀਂ ਆਪਣੇ ਜ਼ੋਰ ਸੰਘਰਸ਼ ਦੇਣ 'ਤੇ ਜ਼ਮੀਨੀ ਸੰਘਰਸ਼ ਲੜਨ 'ਤੇ ਨਾ ਦਈਏ, ਦਿਮਾਗ ਦੇ ਨਾਲ ਔਰ ਜਿਸ ਨਾਲ ਅਸੀਂ ਇੱਕ ਬੜੇ ਵੱਡਾ ਵਿਜ਼ਨ ਲੈ ਕੇ ਦੂਸਰੀਆਂ ਸਰਕਾਰਾਂ ਨੂੰ, ਕਿਉਂਕਿ ਰਾਜ ਲੈਣੇ ਕੋਈ ਸੌਖਾ ਕੰਮ ਤੇ ਹੋ ਨਹੀਂ ਰਹਿ ਗਿਆ ਅਸਲੇ। ਸੋ ਜਦ ਤੱਕ ਅਸੀਂ ਇਹਨਾਂ ਤਰੀਕਾਂ ਨਾਲ ਨਹੀਂ ਕਰਾਂਗੇ, ਇਹ ਨੀਤੀ ਸੂਤਰਾਂ ਦਾ ਇੱਕ ਪੂਰਾ ਕੈਨਵਸ ਸਿਰਜਦਾ ਹੈ, ਪੂਰਾ ਨੀਤੀ ਤੰਤਰ ਦਾ ਬਿਰਤਾਂਤ ਹੈ ਇਹ ਪੰਥਕ ਏਜੰਡਾ, ਜੋ ਕਿ ਇੱਕ ਯੋਜਨਾਬੱਧ ਢੰਗ ਦੇ ਨਾਲ ਕਿ ਵੀ ਹੈਵ ਟੂ ਵਰਕ ਅੰਡਰ ਸਮ ਪਲਾਨ, ਇਹ ਰੋਡ ਮੈਪ ਹੈ। ਆਉਣ ਵਾਲੇ ਸਮੇਂ 'ਚ ਜਿਹੜਾ ਪੰਥ ਦੁਨੀਆ ਦੇ ਜਾਵੇ ਔਰ ਲੋਕ ਇਸ ਵਾਰ ਡਿਸਕਸ ਕਰਨ, ਨਵੇਂ ਸੰਘਰਸ਼ ਜਿਹੜੇ ਲੋਕ ਨੇ ਉਸ ਨੂੰ ਲੈਣ, ਤਾਂ ਜੋ ਇੱਕ ਇਹ ਜੋ ਸਾਡਾ ਪਰਪਜ਼ ਹੈ ਸਾਡੀ ਇੰਸਟੀਟਿਊਸ਼ਨ ਦਾ ਔਰ ਜਿਹੜੇ ਸਾਡੀ ਕਿਤਾਬਾਂ ਲਿਖਣ ਦਾ ਪਰਪਜ਼ ਹੈ। ਮੈਂ ਕਹਿ ਸਕਦਾ ਅਖੀਰ ਦੇ ਵਿੱਚ ਕਿ ਇੰਨੀਆਂ ਮੈਂ ਕਿਤਾਬਾਂ ਜੋ ਲਿਖੀਆਂ ਨੇ ਸਮੇਂ 'ਤੇ ਮੈਂ ਬੜੀ ਇੱਕ ਸੰਤੁਸ਼ਟੀ ਮਹਿਸੂਸ ਕਰ ਸਕਦਾ ਕਿ ਮੈਂ 35 ਸਾਲ ਦੇ ਵਿੱਚ ਜੋ ਪੰਥ ਨੂੰ ਔਰ ਵਿਸ਼ਵ ਦਿੱਤਾ ਹੈ, ਇਸ ਨਾਲ ਜਿਹੜੀ ਹੈ ਪੰਥ ਅੱਗੇ ਵਧੇਗਾ, ਵਿਸ਼ਵ ਅੱਗੇ ਵਧੇਗਾ, ਇੱਕ ਨਵਾਂ ਵਿਸ਼ਵ ਜਿਹੜਾ ਹੈ ਸਾਡੇ ਸਾਹਮਣੇ ਆਏਗਾ, ਤਾਂ ਜੋ ਅਸੀਂ ਇੱਕ ਨਵੀਂ ਚੇਤਨਾ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।